ਸਤਿ ਸ਼੍ਰੀ ਅਕਾਲ। ਚੈਨਲ ਪੰਜਾਬੀ ਤੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਰਸ਼ਦੀਪ ਸਿੰਘ। ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਸਰੀ ਪੁਲਿਸ ਦੇ ਮੁਲਾਜ਼ਮ ਨਹੀਂ ਜੁਆਇਨ ਕਰਨਗੇ RCMP। ਪਿਛਲੇ ਦਿਨੀ ਮੇਅਰ ਬ੍ਰੈਂਡਾ ਲੌਕ ਵੱਲੋਂ ਇਸ ਸੰਬੰਧੀ ਦਿੱਤਾ ਗਿਆ ਸੀ ਬਿਆਨ। ਕੈਨੇਡਾ ਵਿੱਚ ਮੁੜ ਮਾਸਕ ਪਹਿਨਣ ਦੀ ਕੀਤੀ ਗਈ ਅਪੀਲ। ਨਵੇਂ ਵਾਇਰਸ ਅਤੇ COVID-19 ਦੇ ਮੁੜ ਤੋਂ ਸਰਗਰਮ ਹੋਣ ਦਾ ਬਣਿਆ ਹੋਇਆ ਇੱਕ ਖਤਰਾ। ਓਨਟਾਰੀਓ ਦੇ ਹੈਲਥ ਕੇਅਰ ਸਿਸਟਮ ਬਾਰੇ ਰਿਪੋਰਟ ਹੋਈ ਲੀਕ। ਆਉਣ ਵਾਲੇ ਸਮੇਂ 'ਚ ਸਿਸਟਮ ਹੋ ਸਕਦਾ ਹੈ ਕਲੈਪਸ ਜੇ ਨਾ ਚੱਕੇ ਗਏ ਕਦਮ। ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ। ਸਰੀ ਦੀ ਨਵੀਂ ਮੇਅਰ ਬ੍ਰੈਂਡਾ ਲੌਕ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਪੁਲਿਸ ਤਬਦੀਲੀਆਂ ਨੂੰ ਰੋਕਣਗੇ ਅਤੇ RCMP ਹੀ ਸਰੀ 'ਚ ਆਏਗੀ। ਇਸ ਦੇ ਬਾਅਦ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਹੁਣ ਸਰੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਲਿਖਤੀ ਰੂਪ 'ਚ ਦਿੱਤਾ ਗਿਆ ਹੈ ਕਿ ਉਹ RCMP ਦਾ ਹਿੱਸਾ ਨਹੀਂ ਬਣਨਗੇ, ਜਿਨ੍ਹਾਂ ਸਪਸ਼ਟ ਕੀਤਾ ਹੈ ਕਿ ਸਰੀ ਪੁਲਿਸ ਵੱਲੋਂ RCMP ਵਿੱਚ ਤਬਦੀਲੀ ਹੋਣ ਦੀ ਸੂਰਤ ਵਿੱਚ ਉਹ RCMP ਜੁਆਇਨ ਨਹੀਂ ਕਰਨਗੇ। ਸਰੀ ਪੁਲਿਸ ਯੂਨੀਅਨ ਵੱਲੋਂ ਅੱਜ ਇਸ ਸੰਬੰਧੀ ਰਿਲੀਜ਼ ਜਾਰੀ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਕਿ 94% ਸਰੀ ਪੁਲਿਸ ਦੇ ਮੁਲਾਜ਼ਮ RCMP ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਰੱਖਦੇ। ਕਾਬਲੇ ਗੌਰ ਹੈ ਕਿ ਮੇਅਰ ਬ੍ਰੈਂਡਾ ਲੌਕ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਸ਼ਹਿਰ ਵਿੱਚ RCMP ਨੂੰ ਰੱਖਣ ਲਈ ਇੱਕ ਪਲਾਨ ਉਹਨਾਂ ਕੋਲੇ ਹੈ ਅਤੇ ਸਰੀ ਪੁਲਿਸ ਦਾ ਕੋਈ ਵੀ ਅਧਿਕਾਰੀ ਇਸ ਵਿੱਚ ਪਿੱਛੇ ਨਹੀਂ ਰਹੇਗਾ। 15 ਅਕਤੂਬਰ ਨੂੰ ਚੋਣ ਜਿੱਤਣ ਅਤੇ 7 ਨਵੰਬਰ ਨੂੰ ਸਹੁੰ ਚੁੱਕਣ ਤੋਂ ਬਾਅਦ ਬ੍ਰੈਂਡਾ ਲੌਕ ਵੱਲੋਂ ਸੇਮ ਬਿਆਨ ਦਿੱਤਾ ਗਿਆ ਸੀ, ਜਿਸ ਉੱਤੇ ਸਰੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਪ੍ਰਤੀਕਿਰਿਆ ਦਿੰਦੇ ਹੋਏ ਸਪਸ਼ਟ ਕੀਤਾ ਗਿਆ ਕਿ ਉਹ RCMP ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਸਰੀ ਪੁਲਿਸ ਯੂਨੀਅਨ ਨੇ ਇਹ ਵੀ ਆਖਿਆ ਕਿ ਜਿਨ੍ਹਾਂ ਵੀ ਮੈਂਬਰਾਂ ਵੱਲੋਂ ਇਸ ਲੈਟਰ ਉੱਪਰ ਸਾਈਨ ਕੀਤੇ ਗਏ ਨੇ ਉਹ ਸਰੀ ਵਾਸੀਆਂ ਦੀ ਜਨਤਕ ਸੁਰੱਖਿਆ ਬਰਕਰਾਰ ਰੱਖਣ ਵਿੱਚ ਵਿਸ਼ਵਾਸ ਰੱਖਦੇ ਨੇ। ਕਾਬਲੇ ਗੌਰ ਹੈ ਕਿ ਮੇਅਰ ਲੌਕ ਵੱਲੋਂ ਸਰੀ ਪੁਲਿਸ ਤਬਦੀਲੀ ਰੋਕਣ ਦਾ ਦਾਅਵਾ ਕੀਤਾ ਗਿਆ, ਪਰ ਇਸ ਫੈਸਲੇ ਦਾ ਵਿਰੋਧ ਕੌਂਸਲ ਦੇ ਅੰਦਰੋਂ ਅਤੇ ਬਾਹਰੋਂ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸ਼ਹਿਰ ਦੇ ਜ਼ਿਆਦਾਤਰ ਲੋਕ ਵੀ ਪੁਲਿਸ ਤਬਦੀਲੀ ਨੂੰ ਨਹੀਂ ਰੋਕਣਾ ਚਾਹੁੰਦੇ। ਕੈਨੇਡਾ ਦੇ ਚੀਫ ਮੈਡੀਕਲ ਅਧਿਕਾਰੀ ਡਾਕਟਰ ਥੈਰੇਸਾ ਟੈਮ ਵੱਲੋਂ ਕਿਹਾ ਗਿਆ ਕਿ ਕੈਨੇਡੀਅਨ ਇੰਡੋਰ ਕੰਮਕਾਜ ਅਤੇ ਘਰਾਂ ਦੇ ਵਿੱਚ ਫੇਸ ਮਾਸਕ ਦੀ ਵਰਤੋਂ ਜ਼ਰੂਰ ਕਰਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਇਨਫਲੂਐਂਜ਼ਾ ਅਤੇ RSV ਅਤੇ COVID-19 ਕੇਸਾਂ ਦਾ ਪ੍ਰਭਾਵ ਵਧਣ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਅਜਿਹੇ ਕਦਮ ਚੁੱਕੇ ਜਾਣ। ਜਿਨ੍ਹਾਂ ਆਖਿਆ ਕਿ ਬੇਸ਼ੱਕ ਬੂਸਟਰ ਸ਼ਾਟ ਅਤੇ ਫਲੂ ਸ਼ਾਟ ਦੀ ਸਪਲਾਈ ਪੂਰੀ ਤਰ੍ਹਾਂ ਨਿਰੰਤਰ ਵਿੱਚ ਹੈ, ਪਰ ਜ਼ਰੂਰੀ ਹੈ ਕਿ ਮੁਲਕ ਵਾਸੀ ਹੱਥਾਂ ਦੀ ਚੰਗੀ ਤਰ੍ਹਾਂ ਸਫਾਈ ਰੱਖਣ ਅਤੇ ਜਿੱਥੇ ਸਰੀਰਕ ਦੂਰੀ ਸੰਭਵ ਨਾ ਹੋਵੇ ਉੱਥੇ ਮਾਸਕ ਜ਼ਰੂਰ ਪਹਿਨਣ। 9 ਅਕਤੂਬਰ ਤੱਕ ਦੇ ਅੰਕੜਿਆਂ ਮੁਤਾਬਕ 49.6% ਕੈਨੇਡੀਅਨਾਂ ਨੇ COVID-19 ਵੈਕਸੀਨ ਦਾ ਬੂਸਟਰ ਸ਼ਾਟ ਦੀ ਪਹਿਲੀ ਡੋਜ਼ ਲਈ ਹੈ, ਜਦਕਿ 14.3% ਨੇ ਬੂਸਟਰ ਡੋਜ਼ ਦੀ ਦੂਜੀ ਖੁਰਾਕ ਲਈ ਹੈ। ਉਹਨਾਂ ਕਿਹਾ ਕਿ ਛੋਟੇ ਬੱਚਿਆਂ 'ਚ ਬੂਸਟਰ ਡੋਜ਼ ਦੀ ਵਰਤੋਂ ਦਾ ਅੰਕੜਾ ਬਹੁਤ ਘੱਟ ਹੈ, ਜੋ ਕਿ 6.5% ਹੈ। ਡਾਕਟਰ ਟੈਮ ਮੁਤਾਬਕ ਜੇਕਰ ਤੁਹਾਡੀ ਬੂਸਟਰ ਡੋਜ਼ ਨੂੰ 6 ਮਹੀਨੇ ਦਾ ਸਮਾਂ ਹੋ ਗਿਆ ਅਤੇ ਦੂਜੀ ਬੂਸਟਰ ਡੋਜ਼ ਜ਼ਰੂਰ ਲਗਵਾਓ ਤਾਂ ਜੋ ਭਵਿੱਖੀ ਖਤਰਿਆਂ ਤੋਂ ਸਭ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਹਨਾਂ ਆਖਿਆ ਕਿ ਰਿਸਪੀਰੇਟਰੀ ਇਨਫੈਕਸ਼ਨ ਦਾ ਸ਼ਿਕਾਰ ਕੈਨੇਡੀਅਨ ਹੋ ਰਹੇ ਨੇ। ਇੱਕ ਸਰਵੇ ਅਨੁਸਾਰ 10 ਵਿੱਚੋਂ ਲਗਭਗ 7 ਟੌਪ ਡਾਕਟਰ ਇੰਡੋਰ ਅਤੇ ਘੱਟ ਸਪੇਸ ਵਾਲੀਆਂ ਥਾਵਾਂ ਉੱਪਰ ਮਾਸਕ ਲਾਜ਼ਮੀ ਕਰਨ ਦੇ ਹੱਕ ਵਿੱਚ ਨੇ, ਕਿਉਂਕਿ RSV ਹਫ਼ਤੇ ਵਿੱਚ ਦੇਸ਼ 'ਚ ਵਧਣਾ ਸ਼ੁਰੂ ਹੋਇਆ ਅਤੇ COVID-19 ਦੇ ਵੇਰੀਐਂਟ BQ.1.1 BF.7 ਵੇਰੀਐਂਟ ਦੁਬਾਰਾ ਤੋਂ ਵਧਣ ਲੱਗੇ ਨੇ। ਇਸ ਲਈ ਸਭ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਸਮੇਤ ਇਨਫਲੂਐਂਜ਼ਾ ਦੀ ਪੋਜ਼ਿਟਿਵ ਦਰ 5% ਤੋਂ ਪਾਰ ਹੋ ਗਈ ਹੈ। ਇਹ ਬੱਚਿਆਂ ਵਿੱਚ ਜ਼ਿਆਦਾ ਪਾਇਆ ਜਾ ਰਿਹਾ ਕਿਉਂਕਿ ਬੱਚਿਆਂ ਦੇ ਹਸਪਤਾਲਾਂ 'ਚ ਇਸ ਸਮੇਂ ਸਟਾਫ 100% ਆਕੂਪੈਂਸੀ ਦੇ ਨਾਲ ਕੰਮ ਕਰ ਰਿਹਾ। ਡਾਕਟਰਾਂ ਨੇ ਬੇਸ਼ੱਕ ਇਹ ਗੱਲ ਵੀ ਕਬੂਲੀ ਹੈ ਕਿ ਬੱਚਿਆਂ ਦੀਆਂ ਦਵਾਈਆਂ ਦੀ ਘਾਟ ਕਾਰਨ ਮਾਪੇ ਘਰਾਂ ਵਿੱਚ ਉਹਨਾਂ ਦਾ ਇਲਾਜ ਕਰਨ ਦੇ ਯੋਗ ਨਹੀਂ ਹੈਗੇ, ਇਸ ਕਰਕੇ ਹਸਪਤਾਲਾਂ ਤੇ ਬੋਝ ਵਧਿਆ। ਕੈਨੇਡਾ ਦੇ ਵਿੱਚ ਮਹਿੰਗਾਈ ਇਸ ਸਮੇਂ ਵੱਡੀ ਸਮੱਸਿਆ ਬਣੀ ਹੋਈ ਹੈ, ਖਾਸ ਕਰਕੇ ਫੂਡ ਪ੍ਰੋਡਕਟਸ ਦੀ ਮਹਿੰਗਾਈ, ਜੋ ਕਿ तमाम ਕੋਸ਼ਿਸ਼ਾਂ ਦੇ ਕਾਰਨ ਵੀ ਘਟਣ ਦਾ ਨਾਮ ਨਹੀਂ ਲੈ ਰਹੀ। ਹੁਣ ਨੈਨੋਜ਼ ਸਰਵੇ ਵਿੱਚ ਇਹ ਸਾਹਮਣੇ ਆਇਆ, ਜਿਸ ਵਿੱਚ ਜ਼ਿਆਦਾਤਰ ਕੈਨੇਡੀਅਨ ਘੱਟ ਕੀਮਤ ਵਾਲਾ ਭੋਜਨ ਖਰੀਦ ਰਹੇ ਨੇ ਅਤੇ ਫੂਡ ਪ੍ਰੋਡਕਟ ਜਮ੍ਹਾਂ ਕਰ ਰਹੇ ਨੇ ਤਾਂ ਜੋ ਭਵਿੱਖ ਵਿੱਚ ਵੱਧਦੀ ਮਹਿੰਗਾਈ ਤੋਂ ਬਚਿਆ ਜਾ ਸਕੇ।
ਇਸ ਸਰਵੇ ਵਿੱਚ ਕਰੀਬ 1000 ਕੈਨੇਡੀਅਨਸ ਤੋਂ ਪੁੱਛਿਆ ਗਿਆ ਕਿ ਗਰੋਸਰੀ ਦੀ ਮਹਿੰਗਾਈ ਤੋਂ ਬਚਣ ਲਈ ਉਹਨਾਂ ਨੇ ਕੀ ਕਦਮ ਚੁੱਕੇ ਨੇ, ਤਾਂ ਜ਼ਿਆਦਾਤਰ ਦਾ ਜਵਾਬ ਇਹੀ ਸੀ ਕਿ ਉਹਨਾਂ ਵੱਲੋਂ ਸਸਤੀ ਗਰੋਸਰੀ ਖਰੀਦੀ ਜਾ ਰਹੀ ਹੈ। ਸਿਰਫ ਲਗਭਗ 25% ਕੈਨੇਡੀਅਨਸ ਹੀ ਅਜਿਹੇ ਨੇ ਜਿਨ੍ਹਾਂ ਵੱਲੋਂ ਖਾਣ ਪੀਣ ਦੀਆਂ ਆਦਤਾਂ ਨਹੀਂ ਬਦਲੀਆਂ ਗਈਆਂ। 1/4 ਲੋਕ ਐਸੇ ਨੇ ਜਿਨ੍ਹਾਂ ਨੇ ਭੋਜਨ ਭੰਡਾਰ ਕਰਕੇ ਰੱਖਿਆ ਤੇ 17% ਕੈਨੇਡੀਅਨਸ ਐਸੇ ਨੇ ਜਿਨ੍ਹਾਂ ਨੇ ਸਰੀਰਕ ਭੁੱਖ ਦੇ ਮੁਕਾਬਲੇ ਘੱਟ ਭੋਜਨ ਖਾਧਾ ਤਾਂ ਜੋ ਉਹ ਬਾਕੀ ਖਰਚੇ ਬਚਾ ਸਕਣ। ਮਰਦਾਂ ਦੇ ਮੁਕਾਬਲੇ ਜ਼ਿਆਦਾਤਰ ਔਰਤਾਂ ਵੱਲੋਂ ਖਾਣ ਪੀਣ ਵਿੱਚ ਬਦਲਾਅ ਕੀਤਾ ਗਿਆ। 23% ਔਰਤਾਂ ਤੇ 34% ਮਰਦਾਂ ਨੇ ਆਪਣੇ ਖਾਣ ਪੀਣ ਦੀਆਂ ਆਦਤਾਂ 'ਚ ਕੋਈ ਬਦਲਾਅ ਨਹੀਂ ਕੀਤਾ। ਕਾਬਲੇ ਗੌਰ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਮਹਿੰਗਾਈ ਘਟਾ ਕੇ 2% ਤੇ ਲਿਆਉਣ ਲਈ ਲਗਾਤਾਰ ਇੰਟਰਸਟ ਰੇਟ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਫੂਡ ਪ੍ਰੋਡਕਟਸ ਦੀ ਮਹਿੰਗਾਈ ਨਹੀਂ ਘਟ ਰਹੀ। ਇਸ ਨੂੰ ਲੈ ਕੇ ਕਈ ਕਿਸਮ ਦੀਆਂ ਚਰਚਾਵਾਂ ਵੀ ਚੱਲਦੀਆਂ ਰਹਿੰਦੀਆਂ ਨੇ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਨ ਡਾਲਰ ਦੀ ਮਜ਼ਬੂਤੀ ਇਸ ਮਹਿੰਗਾਈ ਦਾ ਇੱਕ ਕਾਰਨ ਹੋ ਸਕਦੀ ਹੈ, ਪਰ ਕੁਝ ਦਾ ਕਹਿਣਾ ਹੈ ਕਿ ਵੱਡੀਆਂ ਫੂਡ ਚੇਨਸ ਇਨਫਲੇਸ਼ਨ ਦਾ ਲਾਹਾ ਲੈ ਕੇ ਜ਼ਿਆਦਾ ਮੁਨਾਫਾ ਕਮਾ ਰਹੀਆਂ ਨੇ। ਪਰ ਕੁੱਲ ਮਿਲਾ ਕੇ ਕੈਨੇਡੀਅਨ ਮਹਿੰਗਾਈ ਕਾਰਨ ਆਪਣੀਆਂ ਖਾਣ ਪੀਣ ਦੀਆਂ ਆਦਤਾਂ 'ਚ ਬਦਲਾਅ ਕਰ ਰਹੇ ਨੇ ਤੇ ਸਸਤੇ ਫੂਡ ਦੀ ਚੋਣ ਕਰ ਰਹੇ ਨੇ। ਐਜੂਕੇਸ਼ਨ ਵਰਕਰਸ ਵੱਲੋਂ ਤੇ ਯੂਨੀਅਨ ਨੇ ਬੇਸ਼ੱਕ ਪ੍ਰੋਵਿੰਸ ਦਰਮਿਆਨ ਸਮਝੌਤਾ ਹੋਣ ਤੋਂ ਬਾਅਦ ਮੰਗਲਵਾਰ ਤੋਂ ਮੁੜ ਗੱਲਬਾਤ ਸ਼ੁਰੂ ਹੋਈ ਅਤੇ ਇਸ ਦੇ ਬਾਅਦ ਟੀਚਰਸ ਕੰਮ ਉੱਪਰ ਵੀ ਪਰਤ ਆਏ, ਪਰ ਇੰਜ ਲੱਗਦਾ ਹੈ ਕਿ ਦੋਵੇਂ ਧਿਰਾਂ ਅਜੇ ਵੀ ਕਈ ਮੁੱਦਿਆਂ ਉੱਤੇ ਇੱਕ ਦੂਜੇ ਤੋਂ ਕਾਫੀ ਦੂਰ ਨੇ। 50,000 ਐਜੂਕੇਸ਼ਨ ਸਪੋਰਟ ਸਟਾਫ ਦੀ ਨੁਮਾਇੰਦਗੀ ਕਰਨ ਵਾਲੀ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਦਾ ਕਹਿਣਾ ਹੈ ਕਿ ਉਹ ਪ੍ਰੋਵਿੰਸ ਵੱਲੋਂ 2 ਪਰਤਾਂ ਵਾਲੇ ਵਾਅਦੇ ਦੀ ਪੇਸ਼ਕਸ਼ ਨੂੰ ਸਵੀਕਾਰਨਗੇ ਨਹੀਂ। ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਹੈ ਕਿ ਫੋਰਡ ਸਰਕਾਰ ਵੱਲੋਂ 2 ਪਰਤਾਂ ਵਿੱਚ ਭੱਤਿਆਂ 'ਚ ਵਾਅਦੇ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਨਾਲੋਂ ਨਾਲ ਬਿਆਨ ਦੇ ਕੇ ਵੀ ਇਹ ਗੱਲ ਆਖੀ ਗਈ ਹੈ, ਪਰ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਸਪਸ਼ਟ ਹਾਂ ਕਿ ਇਹ ਡੀਲ ਉਸ ਸਮੇਂ ਹੀ ਸਿਰੇ ਚੜ੍ਹੇਗੀ ਜਦੋਂ ਸਾਰਿਆਂ ਲਈ ਭੱਤਿਆਂ 'ਚ ਇਕਸਾਰ ਵਾਧਾ ਕੀਤਾ ਜਾਵੇਗਾ। ਪਰ ਯੂਨੀਅਨ ਮੁਤਾਬਕ ਸਰਕਾਰ ਵੱਲੋਂ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਪੇਸ਼ਕਸ਼ ਨਹੀਂ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਫੋਰਡ ਸਰਕਾਰ ਵੱਲੋਂ ਘੱਟ ਤਨਖਾਹ ਹਾਸਲ ਕਰਨ ਵਾਲੇ ਵਰਕਰਸ ਦੇ ਲਈ ਤਨਖਾਹ ਵਿੱਚ 1 ਸਾਲ ਦੌਰਾਨ 3.5% ਦਾ ਵਾਧਾ ਕਰਨਾ ਤੇ ਵੱਧ ਤਨਖਾਹ ਹਾਸਲ ਕਰਨ ਵਾਲੇ ਵਰਕਰਸ ਲਈ ਲਗਭਗ 2% ਦਾ ਵਾਧਾ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ। ਕੂਪ ਨੇ ਆਖਿਆ ਕਿ ਅਜੇ ਤੱਕ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਪੇਸ਼ਕਸ਼ ਨਹੀਂ ਹੋਈ, ਪਰ ਜੇਕਰ ਅਜਿਹੀ ਪੇਸ਼ਕਸ਼ ਹੁੰਦੀ ਹੈ ਤਾਂ ਉਹ ਆਪਣੇ ਮੈਂਬਰਾਂ ਨੂੰ ਨਾਲ ਸਲਾਹ ਕਰਕੇ ਹੀ ਇਸ ਨੂੰ ਸਵੀਕਾਰ ਨਾ ਕਰਨ ਦੀ ਗੱਲ ਆਖਣਗੇ, ਕਿਉਂਕਿ ਯੂਨੀਅਨ ਵੱਲੋਂ ਲਗਾਤਾਰ ਜ਼ਿਆਦਾ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸਾਰੇ EMPLOYEES ਲਈ ਇਕਸਾਰ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ। ਪਰ ਫੋਰਡ ਸਰਕਾਰ ਸਿਰਫ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਨੂੰ ਹੀ ਜ਼ਿਆਦਾ ਵਾਧਾ ਦੇਣ ਦੇ ਲਈ ਤਿਆਰ ਹੈ। ਕੈਲਗਰੀ ਦੇ ਵਿੱਚ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇੱਕ ਯੂਨੀਅਨ ਸਿਖਲਾਈ ਕੇਂਦਰ ਦੇ ਦੌਰੇ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ, ਜਿੱਥੇ ਉਹਨਾਂ ਜਾਣਕਾਰੀ ਦਿੱਤੀ ਕਿ ਉਹ ਵੱਡੇ ਕਦਮ ਚੁੱਕਣ ਜਾ ਰਹੇ ਨੇ। ਇਸ ਮੌਕੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਮਿਲ ਕੇ ਕੰਮ ਕਰਨ ਦੀ ਗੱਲ ਵੀ ਉਹਨਾਂ ਆਖੀ। ਫਰੀਲੈਂਡ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਹ ਅਤੇ ਉਹਨਾਂ ਦੀ ਸਰਕਾਰ, ਸਾਡੀ ਸਰਕਾਰ ਬਹੁਤ ਸਾਰੀਆਂ ਗੱਲਾਂ ਉੱਤੇ ਅਸਹਿਮਤ ਹੋਵੇਗੀ, ਪਰ ਨਾਲੋਂ ਨਾਲ ਇਹ ਵੀ ਯਕੀਨ ਬਣਿਆ ਹੋਇਆ ਹੈ ਕਿ ਸਾਰੀਆਂ ਚੀਜ਼ਾਂ ਨੂੰ ਠੀਕ ਕਰ ਲਿਆ ਜਾਏਗਾ। ਉਹਨਾਂ ਆਖਿਆ ਕਿ ਅਲਬਰਟਾ ਐਨਰਜੀ ਦਾ ਘਰ ਹੈ ਤੇ ਇਸ ਕਰਕੇ ਵੱਡੇ ਬਿਜ਼ਨਸ ਮੌਕੇ ਇੱਥੋਂ ਤਲਾਸ਼ੇ ਜਾਣਗੇ। We're together with Alberta labour leaders, with the Boilermakers, with the Alberta Federation of Labour in Edmonton just last month. And it is great to meet again. It is great to learn more from Kyla about welding and to meet some wonderful apprentices. I'm very grateful for the hospitality. Now, when we were in Edmonton just a few weeks ago, one of the things we spoke about was the role that union workers are playing and will play in helping to build a thriving worker-driven economy as Canada navigates the road to net zero. That was one of the pillars of the fall economic statement I tabled last Thursday. A growing economy that will create good jobs for workers right across the country. An economy that will have workers, union workers, leading the way. That was one of the pillars in the fall economic statement because we know that the global economy is changing.
And our government believes that this changing global economy represents a generational opportunity for Canada and Canadian workers, for Alberta and for Albertan workers. We believe that for two reasons. First, because the global green transition is the most significant economic transition in the world since the Industrial Revolution itself. And because here in Canada, here in Alberta, we have an abundance of the resources, from energy to critical minerals. ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਓਨਟਾਰੀਓ ਖਾਲਸਾ ਦਰਬਾਰ ਗੁਰੂ ਘਰ ਵਿਖੇ ਉਲੀਕੇ ਗਏ, ਜਿੱਥੇ ਸੰਗਤਾਂ ਵੱਲੋਂ ਹਾਜ਼ਰੀ ਭਰ ਗੁਰੂ ਚਰਨਾਂ 'ਚ ਹਾਜ਼ਰੀ ਲਗਵਾਈ ਗਈ, ਅਰਦਾਸ ਕੀਤੀ ਗਈ ਅਤੇ ਇਹਨਾਂ ਸਮਾਗਮਾਂ ਦੇ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੀ ਉਚੇਚੇ ਤੌਰ ਤੇ ਪਹੁੰਚੇ, ਜਿਨ੍ਹਾਂ ਸਿੱਖ ਕਮਿਊਨਿਟੀ ਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਕਮਿਊਨਿਟੀ ਵੱਲੋਂ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਪ੍ਰੀਮੀਅਰ ਫੋਰਡ ਨੇ ਕਮਿਊਨਿਟੀ ਦਾ ਧੰਨਵਾਦ ਕੀਤਾ ਕਿ ਉਹਨਾਂ ਕੰਜ਼ਰਵੇਟਿਵ ਪਾਰਟੀ ਦਾ ਸਹਿਯੋਗ ਪ੍ਰੋਵਿੰਸ਼ੀਅਲ ਚੋਣਾਂ ਦੇ ਵਿੱਚ ਦਿੱਤਾ ਹੈ। ਉਹਨਾਂ ਆਖਿਆ ਕਿ ਓਨਟਾਰੀਓ ਨੂੰ ਅੱਗੇ ਲਿਜਾਣ ਦੇ ਲਈ ਇਸ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। Well, first of all, thank you so much for having myself and our team here, and we're very, very grateful for the Sikh community's contributions to Ontario. No matter if it was the pandemic that you served tens of thousands of meals and supporting every community around here, we're very grateful. I brought a proclamation today that I'm going to read out. I'm pleased to extend warm greetings to our Sikh community as they celebrate the birth anniversary of Guru Nanak. This is an occasion of joy and prayer, a time to reflect on the teachings of the revered Guru, who founded Sikhism. It's also an ideal opportunity to strengthen the bonds of families and communities through devotion, song, and shared meals. Ontario is proud to be home to many citizens who practice the Sikh faith and adhere to the values of truthful living, selfless service, justice, and equality. You've contributed much to the culture and prosperity of our province, and your presence strengthens the ties between Ontario and the rest of the world. I want to thank each and everyone for your ongoing support of our team, making Ontario better. I want to thank you personally on behalf of our family for always supporting our family from day one. And please enjoy the festivities. ਇੱਕ ਲੀਕ ਹੋਈ ਰਿਪੋਰਟ ਤੋਂ ਓਨਟਾਰੀਓ ਵਿੱਚ ਹੈਲਥ ਕੇਅਰ ਸਿਸਟਮ ਦੀ ਨਾਸਾਜ਼ ਹੋ ਰਹੀ ਹਾਲਤ ਦਾ ਖੁਲਾਸਾ ਹੋਇਆ ਹੈ। ਡਾਕਟਰਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਹ ਹੈਲਥ ਸਿਸਟਮ ਜਲਦ ਹੀ ਧਰਾਸ਼ਾਹੀ ਕੋਲੈਪਸ ਹੋ ਜਾਏਗਾ। ਲਿਬਰਲ MP ਸ਼ਾਮਜ਼ੀ ਵੱਲੋਂ ਹਾਸਲ ਕੀਤੀ ਗਈ ਓਨਟਾਰੀਓ ਹੈਲਥ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਗਰਮੀਆਂ ਦੇ ਮੁਕਾਬਲੇ ਇਸ ਸਾਲ ਦੇ ਅੰਤ ਵਿੱਚ ਲੋਕਾਂ ਨੂੰ ਹਸਪਤਾਲ 'ਚ ਦਾਖਲ ਹੋਣ ਲਈ ਬਹੁਤ ਜ਼ਿਆਦਾ ਉਡੀਕ ਕਰਨੀ ਪੈ ਰਹੀ ਹੈ। ਇਸ ਰਿਪੋਰਟ ਵਿੱਚ ਆਖਿਆ ਗਿਆ ਕਿ ਸਤੰਬਰ ਵਿੱਚ ਐਮਰਜੈਂਸੀ ਰੂਮ ਵਿੱਚ 90% ਮਰੀਜ਼ਾਂ ਨੂੰ 12 ਘੰਟੇ ਤੱਕ ਇਲਾਜ ਲਈ ਉਡੀਕ ਕਰਨੀ ਪਈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਤੇ ਪਿਛਲੇ ਮਹੀਨੇ ਦੇ ਮੁਕਾਬਲੇ 17% ਜ਼ਿਆਦਾ ਹੈ। ਇੱਕ ਵਾਰੀ ਮਰੀਜ਼ ਦੇ ਦਾਖਲ ਹੋਣ ਉਪਰੰਤ 90% ਨੂੰ ਆਪਣੀ ਵਿਜ਼ਿਟ ਪੂਰੀ ਕਰਨ ਲਈ 45 ਘੰਟਿਆਂ ਦਾ ਸਮਾਂ ਲੱਗਿਆ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 40.5% ਜ਼ਿਆਦਾ ਗਾ। ਸਾਮਜੀ ਨੇ ਆਖਿਆ ਕਿ 2008 ਤੋਂ ਲੈ ਕੇ ਹੁਣ ਦੇ ਸਤੰਬਰ ਦੇ ਮਹੀਨੇ ਤੱਕ ਇਹ ਸਭ ਤੋਂ ਮਾੜਾ ਰਿਕਾਰਡ ਰਿਹਾ ਹੈ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਕਿ ਐਂਬੂਲੈਂਸ ਰਾਹੀਂ ਆਉਣ ਵਾਲੇ ਮਰੀਜ਼ਾਂ ਨੂੰ ਵੀ ਹਸਪਤਾਲ ਦੇ ਬੈੱਡ ਤੱਕ ਪਹੁੰਚਣ ਲਈ 90 ਮਿੰਟ ਦੀ ਉਡੀਕ ਕਰਨੀ ਪਈ ਹੈ। ਇਹ ਰਿਕਾਰਡ ਤਾਂ ਪਿਛਲੇ ਸਾਲ ਦੇ ਮੁਕਾਬਲੇ 50% ਜ਼ਿਆਦਾ ਹੈ। ਇਸ ਉੱਤੇ ਸ਼ਾਮਜੀ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਫੋਰਡ ਸਰਕਾਰ ਆਖ ਰਹੀ ਹੈ ਕਿ ਸਭ ਵਧੀਆ ਹੈ, ਜਦਕਿ ਸਾਰਾ ਕੁਝ ਰੇਤ ਵਾਂਗ ਉਹਨਾਂ ਦੇ ਹੱਥਾਂ 'ਚੋਂ ਕਿਰਦਾ ਜਾ ਰਿਹਾ। ਜੇਕਰ ਸਰਕਾਰ ਨੇ ਮੌਕਾ ਰਹਿੰਦਿਆਂ ਕਦਮ ਨਾ ਚੁੱਕੇ, ਹੈਲਥ ਫੈਸਿਲਿਟੀਆਂ ਦੇ ਸੁਧਾਰ ਦੇ ਲਈ ਕੋਸ਼ਿਸ਼ਾਂ ਨਾ ਕੀਤੀਆਂ, ਤਾਂ ਓਨਟਾਰੀਓ ਦਾ ਹੈਲਥ ਕੇਅਰ ਸਿਸਟਮ ਕੋਲੈਪਸ ਕਰ ਸਕਦਾ, ਜਿਸ ਨਾਲ ਲੋਕਾਂ ਨੂੰ ਜਾਨ ਤੋਂ ਹੱਥ ਵੀ ਧੋਣੇ ਪੈ ਸਕਦੇ ਨੇ। ਇਸ ਕਰਕੇ ਸਰਕਾਰ ਨੂੰ ਸਮਾਂ ਰਹਿੰਦਿਆਂ ਕਦਮ ਚੁੱਕਣ ਦੀ ਜ਼ਰੂਰਤ ਹੈ। ਸੋ ਇਸ ਰਿਪੋਰਟ ਦੇ ਲੀਕ ਹੋਣ ਤੋਂ ਬਾਅਦ ਬੇਸ਼ੱਕ ਸਰਕਾਰ ਨੇ ਹਾਲੇ ਤੱਕ ਟਿੱਪਣੀ ਨਹੀਂ ਕੀਤੀ, ਪਰ ਇਹ ਰਿਪੋਰਟ ਸਿਆਸੀ ਅਤੇ ਲੋਕਾਂ 'ਚ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ।
ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਚਿੱਠੀ ਲਿਖੀ ਗਈ ਹੈ, ਜਿਸ ਵਿੱਚ ਸਮਿਥ ਨੇ ਕਿਹਾ ਹੈ ਕਿ ਇਸ ਮਹਿੰਗਾਈ ਦੇ ਸਮੇਂ 'ਚ ਫੈਡਰਲ ਸਰਕਾਰ ਕਾਰਬਨ ਟੈਕਸ 'ਚ ਵਾਧੇ ਦੀ ਯੋਜਨਾ ਨੂੰ ਰੱਦ ਕਰੇ ਤਾਂ ਜੋ ਲੋਕਾਂ ਤੇ ਹੋਰ ਬੋਝ ਨਾ ਪਵੇ। ਉਹਨਾਂ ਆਖਿਆ ਕਿ ਇਸ ਸਮੇਂ ਲੋਕਾਂ 'ਚ ਸਮਰੱਥਾ ਨਹੀਂ ਹੈ ਕਿ ਹੋਰ ਟੈਕਸਾਂ ਦਾ ਭਾਰ ਝੱਲ ਸਕਣ। ਆਪਣੇ ਪੱਤਰ 'ਚ ਸਮਿਥ ਨੇ ਆਖਿਆ ਕਿ ਇਸ ਮੌਕੇ ਲੋਕਾਂ ਲਈ ਗਰੋਸਰੀ ਖਰੀਦਣੀ, ਕਿਰਾਇਆ ਦੇਣਾ ਤੇ ਬਾਕੀ ਖਰਚੇ ਚੁੱਕਣੇ ਬਹੁਤ ਮੁਸ਼ਕਲ ਹੋਏ ਪਏ ਨੇ, ਤਾਂ ਫੈਡਰਲ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਹੋਰ ਬੋਝ ਪਾਉਣ ਦੀ ਥਾਂ ਮੁਲਕ ਵਾਸੀਆਂ ਦੀ ਮਦਦ ਦੇ ਲਈ ਅੱਗੇ ਆਵੇ। ਜਿਨ੍ਹਾਂ ਦਾਅਵਾ ਕੀਤਾ ਹੈ ਕਿ ਅਲਬਰਟਾ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕੁਝ ਟੈਕਸਾਂ 'ਚ ਰਾਹਤ ਦੇ ਕੇ ਲੋਕਾਂ ਦੀ ਮਦਦ ਕੀਤੀ ਗਈ ਹੈ ਤੇ ਬੋਝ ਘਟਾਇਆ ਗਿਆ ਤੇ ਹੁਣ ਫੈਡਰਲ ਸਰਕਾਰ ਵੀ ਕਾਰਬਨ ਟੈਕਸ ਨੂੰ ਖਤਮ ਕਰਕੇ ਲੋਕਾਂ ਨੂੰ ਰਾਹਤ ਦੇਵੇ। ਕਾਬਲੇ ਗੌਰ ਹੈ ਕਿ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਕੈਲਗਰੀ 'ਚ ਵਪਾਰਕ ਯੂਨੀਅਨ ਨੇਤਾਵਾਂ ਨਾਲ ਮੀਟਿੰਗ ਕੀਤੀ ਗਈ ਸੀ, ਜਿੱਥੇ ਉਹਨਾਂ ਸਮਿਥ ਨੂੰ ਜਿੱਤ ਦੇ ਲਈ ਵਧਾਈ ਦਿੱਤੀ ਸੀ, ਪਰ ਸਮਿਥ ਵੱਲੋਂ ਪੱਤਰ ਰਾਹੀਂ ਜਵਾਬ ਦਿੱਤਾ ਗਿਆ ਜਿਸ ਵਿੱਚ ਸਾਰੇ ਮੁੱਦੇ ਚੁੱਕੇ ਗਏ ਨੇ, ਕਿਉਂਕਿ ਅਲਬਰਟਾ ਦੇ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਚੋਣਾਂ ਹਨ ਅਤੇ UCP ਲਈ ਇਹ ਚੋਣ ਸਰਵੇ ਚੰਗੇ ਨਹੀਂ ਆ ਰਹੇ। ਇਹਨਾਂ ਹਾਲਾਤਾਂ 'ਚ ਨਵੀਂ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਮਹਿੰਗਾਈ ਅਤੇ ਲੋਕਾਂ ਉੱਤੇ ਪਏ ਟੈਕਸ ਦੇ ਬੋਝ ਨੂੰ ਮਸਲਾ ਬਣਾਇਆ ਜਾ ਰਿਹਾ ਹੈ ਤਾਂ ਜੋ ਸਰਵੇ ਦੇ ਅੰਕੜਿਆਂ ਨੂੰ ਬਦਲਿਆ ਜਾ ਸਕੇ। ਹੁਣ ਦੇਖਦੇ ਹਾਂ ਕਿ ਫੈਡਰਲ ਸਰਕਾਰ ਇਸ ਮਸਲੇ ਤੇ ਕੀ ਕਦਮ ਚੁੱਕਦੀ ਹੈ, ਪਰ ਉਪ ਪ੍ਰਧਾਨ ਮੰਤਰੀ ਫਰੀਲੈਂਡ ਵੱਲੋਂ ਕਾਰਬਨ ਟੈਕਸ ਨੂੰ ਸਹੀ ਠਹਿਰਾਇਆ ਗਿਆ। ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਲੀ ਵੱਲੋਂ ਯੂਨੀਵਰਸਿਟੀ ਆਫ ਟੋਰਾਂਟੋ ਦੇ ਸਕੂਲ ਆਫ ਗਲੋਬਲ ਅਫੇਅਰਸ ਦੇ ਸਾਹਮਣੇ ਦਿੱਤੇ ਭਾਸ਼ਣ ਦੌਰਾਨ ਚੀਨੀ ਸਰਕਾਰ ਬਾਰੇ ਆਪਣੀਆਂ ਕੁਝ ਤਿੱਖਣੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ। ਜੋਲੀ ਨੇ ਕਿਹਾ ਕਿ ਅਸੀਂ ਚੀਨ ਨੂੰ ਚੁਣੌਤੀ ਦੇਵਾਂਗੇ ਅਤੇ ਅਸੀਂ ਚੀਨ ਨਾਲ ਸਹਿਯੋਗ ਕਰਾਂਗੇ ਜਦੋਂ ਸਾਨੂੰ ਕਰਨਾ ਚਾਹੀਦਾ ਹੋਏਗਾ। ਜੋਲੀ ਨੇ ਕਿਹਾ ਕਿ ਉਹ ਸਿਨਜਿਆਂਗ ਖੇਤਰ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਉੱਤੇ ਉੱਚ ਪੱਧਰ ਤੇ ਸ਼ਾਮਲ ਹੋਣਗੇ। ਜੋਲੀ ਨੇ ਕਿਹਾ ਕਿ ਮੈਂ ਚੀਨ ਵਿੱਚ ਅਤੇ ਚੀਨ ਦੇ ਨਾਲ ਕਾਰੋਬਾਰ ਕਰ ਰਹੇ ਕੈਨੇਡੀਅਨਾਂ ਨੂੰ ਕਹਿਣਾ ਚਾਹਾਂਗੇ ਕਿ ਤੁਹਾਨੂੰ ਸਾਫ਼ ਨਜ਼ਰ ਰੱਖਣ ਦੀ ਲੋੜ ਹੈ ਕਿ ਉਸ ਮੁਲਕ ਵੱਲੋਂ ਕਿਸ ਪਾਸੇ ਵੱਲ ਕਦਮ ਵਧਾਏ ਜਾ ਰਹੇ ਨੇ। ਕਾਬਲੇ ਗੌਰ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਓਟਵਾ ਅਤੇ ਚੀਨ ਦੇ ਦਰਮਿਆਨ ਰਿਸ਼ਤੇ ਚੰਗੇ ਨਹੀਂ ਚੱਲ ਰਹੇ ਅਤੇ ਕਈ ਵਾਰ ਇਹਨਾਂ ਰਿਸ਼ਤਿਆਂ ਨੂੰ ਲੈ ਕੇ ਸਿਆਸੀ ਤਲਖੀ ਦੇਖਣ ਨੂੰ ਮਿਲੀ ਹੈ। I know also there's Christine from the Asia Pacific Foundation that worked extremely hard to gather a lot of people here. So first, thank you for answering Christine's calls. Thank you on a short notice. And thank you, Christine, also for all the work. And so I'm really happy to be with all of you today in Toronto. Speaking to you before, like Lisa was mentioning, before I leave with the Prime Minister for the Indo-Pacific region. We will be participating in different summits in the region, particularly the ASEAN Summit in Cambodia, the G20 Summit in Indonesia, and the Prime Minister will also attend the APEC Economic Leaders meeting in Thailand. Expanding our partnerships with countries in this region and deepening our economic ties is critical. How we intend to do that will be laid out in our forthcoming Indo-Pacific strategy. I'm pleased to say that the full funded strategy will be launched within a month. Acting in Canada's national interest without compromising our values will be the central tenet. I look forward to discussing the details with you then, but for today, I would like to outline some of what we can expect. Before we dive in, I know that we have all been following what is going on south of our border. I'd like to say that Canada's relationship with the United States has stood the test of time. We have a proven history of working together, no matter who holds the Congress, the Senate, or the White House. That tradition will carry on today. I'm grateful for the excellent relationship that I've been able to develop with my American counterpart, Tony Blinken, who is now, I would say, a friend, who was just in Canada 2 weeks ago. The Secretary of State and I have frank and open discussions. And by doing so, we've been able to further align our approaches on the issues that affect the health, the security, the prosperity of citizens on both sides of the border. This includes on major geopolitical questions, the pandemic, Ukraine, of course, Iran, Haiti, and now the Indo-Pacific. We all know it. All of us feel it.
we are at a critical moment in time. We may have been lulled into believing that the international system was more or less guaranteed, as long as we stuck together with our friends. If we just held on, we could weather the storm. Yet, if there's one thing that 2022 has shown, is that the tectonic plates of the world's power structures are moving. In this evolving global context, the status quo is not an option. Canada ought to be clear about how we intend not just to engage, ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।